साडा 51 क्वेश्चन है अ डेटर ओज सेवरल distinct debts to the same creditor and he makes a payment which is insufficient to satisfy all the debts. In such a case, a question arises as to which particular debt the payment is to be appropriated. Which section of the contract act provide an answer to this question? जो इस चीज़ ਨੂੰ ਲੈ ਕੇ 59 ਐਂਡ to 60 ਜੋ 1 ਹੈ ਇੱਕ ਸੈਕਸ਼ਨਸ ਡੀਲ ਕਰਦੇ ਹਨ ਕੰਟਰੈਕਟ ਐਕਟ ਦੇ। ਸੋ ਇਸ ਦਾ ਰਾਈਟ ਆਨਸਰ ਹੈ 51 ਦਾ ਏ। जो साडा 52 क्वेश्चन है वट प्रॉपर्टी कैन नॉट बी ट्रांसफर अंडर सैक्शन 6 ऑफ ट्रांसफर ऑफ प्रॉपर्टी एक्ट 1882 जो आल ईजमेंट अपार्ट फ्रॉम द डोमिनेंट हेरिटेज एन इंटरस्ट इन प्रॉपर्टी रिस्ट्रिक्टेड इन इट्स एंजॉयमेंट टू द ओनर पर्सनली a right to future maintenance in whosoever manner arising secured or determined। ਸੋ ਇਹਨਾਂ ਸਾਰੇ ਕੇਸਿਸ ਦੇ ਵਿੱਚ ਇਸ ਦਾ ਰਾਈਟ ਆਨਸਰ ਹੈ ਡੀ। ਨੈਕਸਟ ਹੈ 53 ਅ ਟਰਾਂਸਫਰ ਪ੍ਰੋਪਰਟੀ ਆਫ ਵਿਚ ਹੀ ਇਜ਼ ਦੀ ਓਨਰ ਟੂ ਬੀ ਇਨ ਟਰਸਟ ਫॉर ਏ ਐਂਡ ਹਿਜ਼ ਇੰਟੈਂਡਡ ਵਾਈਫ successively for their lives and after the death of the survivor for the eldest son of the intended marriage for life and after his death for A's second son can the interest so created for the benefit of the eldest son take effect? बिल्कुल नहीं, जो इसका आंसर होगा नो। नेक्स्ट है साडा 54 the commencement of arbitral proceeding is not dependent on interim relief being allowed on denied under section 9 of the Arbitration and Conciliation Act 1996 सुप्रीम कोर्ट इन विच केस हैल्ड सो। जो इस चीज़ ਨੂੰ ਲੈ ਕੇ ਸੁਪਰੀਮ ਕੋਰਟ ਨੇ ਜੋ ਅਸ਼ੋਕ ਟਰੇਡਰ ਵਾਲਾ ਸਾਡਾ ਕੇਸ ਸੀਗਾ ਫਰਮ ਅਸ਼ੋਕ ਟਰੇਡਰ ਐਂਡ ਅਨਦਰਸ ਵਰਸਸ ਗੁਰਮੁਖ ਦਾਸ, ਇਹਦੇ ਵਿੱਚ ਉਹਨਾਂ ਨੇ ਇਸ ਚੀਜ਼ ਨੂੰ ਡਿਸਾਈਡ ਕੀਤਾ ਸੀਗਾ ਜੋ ਸੈਕਸ਼ਨ 9 ਨੂੰ ਲੈ ਕੇ। ਨੈਕਸਟ ਹੈ ਸਾਡਾ 55 ਕੁਐਸਚਨ ਵਿਚ ਪ੍ਰੋਵੀਜ਼ਨ ਆਫ ਹਿੰਦੂ ਮੈਰਿਜ ਐਕਟ 1955 ਡੀਲ ਵਿਦ ਕੌਂਸਲੇਸ਼ਨ। ਜੋ ਇਸ ਚੀਜ਼ ਨੂੰ ਲੈ ਕੇ ਸਾਡੀਆਂ ਪ੍ਰੋਵੀਜ਼ਨ ਹੈ ਉਹ ਹੈ 23 ਸਬ ਸੈਕਸ਼ਨ 3 ਡੀਲ ਕਰਦਾ। ਜੇਕਰ ਜੱਜ ਨੂੰ ਲੱਗਦਾ ਹੈ ਕਿ ਪਾਰਟੀਜ਼ ਦੇ ਵਿੱਚ ਕੋਈ ਸੁਲ੍ਹਾ ਹੋ ਸਕਦੀ ਹੈ ਤਾਂ ਉਹਨਾਂ ਨੂੰ ਮੈਕਸੀਮਮ 15 ਦਿਨ ਦਾ ਟਾਈਮ ਦੇ ਸਕਦਾ ਇਸ ਚੀਜ਼ ਨੂੰ ਲੈ ਕੇ ਕਿ ਤੁਸੀਂ ਜਾਂ ਖੁਦ ਹੀ ਜਾਂ ਕਿਸੇ ਥਰਡ ਪਰਸਨ ਨੂੰ ਪਾ ਕੇ ਹੈ ਨਾ ਇੱਕ ਕੋਰਟ ਜਾਂ ਕੋਰਟ ਵੀ ਅਪੋਇੰਟ ਕਰ ਸਕਦਾ ਹੈ, ਆਪਣੀ ਕੌਂਸਲੇਸ਼ਨ ਕਰ ਲਓ। ਨੈਕਸਟ ਹੈ ਸਾਡਾ 56 ਕੁਐਸਚਨ ਵਿਚ ਸੈਕਸ਼ਨ ਅੰਡਰ ਦੀ ਸਿਵਲ ਪ੍ਰੋਸੀਜਰ ਕੋਡ 1908 ਡੀਲਸ ਵਿਦ ਦੀ ਸੈਟਲਮੈਂਟ ਆਫ ਡਿਸਪਿਊਟ ਆਊਟਸਾਈਡ ਦੀ ਕੋਰਟ। ਸੋ ਇਸ ਦੀ ਪ੍ਰੋਵੀਜ਼ਨ ਜੋ ਆਰਬੀਟ੍ਰੇਸ਼ਨ ਹੈ ਜਾਂ ਇਸ ਤਰ੍ਹਾਂ ਆਊਟਸਾਈਡ ਦੀ ਕੋਰਟ ਨੂੰ ਲੈ ਕੇ ਡਿਸਪਿਊਟ ਅਲਟਰਨੇਟਿਵ ਡਿਸਪਿਊਟ ਨੂੰ ਲੈ ਕੇ ਸਾਡੇ CPC ਦੇ ਵਿੱਚ ਵੀ ਹੈ ਜੋ ਸੈਕਸ਼ਨ 89 ਹੈ ਉਹ ਇਸ ਚੀਜ਼ ਨੂੰ ਲੈ ਕੇ ਡੀਲ ਕਰਦਾ ਹੈ। ਇਕੁਅਲ ਪੇ ਫॉर ਇਕੁਅਲ ਵਰਕ ਕੈਨ ਬੀ ਇਨਫੋਰਸਡ ਥਰੂ। ਜੋ ਇਕੁਅਲ ਪੇ ਫॉर ਇਕੁਅਲ ਵਰਕ ਆ ਉਸ ਨੂੰ ਅਸੀਂ ਆਰਟੀਕਲ 14 ਐਂਡ 60 ਦੇ ਅੰਡਰ ਹੀ ਅਸੀਂ ਇਸ ਚੀਜ਼ ਨੂੰ ਇਨਫੋਰਸ ਕਰ ਸਕਦੇ ਹਾਂ, ਕਿਉਂਕਿ ਜੇਕਰ ਇਸ ਤਰ੍ਹਾਂ ਨਹੀਂ ਹੋਵੇਗਾ ਤਾਂ ਸਾਡੇ ਰਾਈਟ ਟੂ ਇਕੁਐਲਿਟੀ ਦੀ ਵਾਇਓਲੇਸ਼ਨ ਹੋਵੇਗੀ। ਨੈਕਸਟ ਹੈ ਸਾਡਾ 58 ਕੁਐਸਚਨ The executive power of every state shall be so exercised as to ensure compliance with the laws made by Parliament and any existing law mentioned under। ਜੋ ਐਗਜ਼ੀਕਿਊਟਿਵ ਪਾਵਰ ਹੈ ਕਿਸੇ ਵੀ ਸਟੇਟ ਦੀ ਉਹ ਇਸ ਚੀਜ਼ ਨੂੰ ਲੈ ਕੇ ਸਾਡਾ ਜੋ ਆਰਟੀਕਲ ਹੈ ਉਹ 256 ਡੀਲ ਕਰਦਾ ਹੈ। ਸੋ ਇਸ ਦਾ ਰਾਈਟ ਆਨਸਰ ਹੋਵੇਗਾ ਬੀ। ਨੈਕਸਟ ਹੈ 59 ਜਸਟਿਸ ਰਾਮਾਨੰਦਨ ਕਮੇਟੀ ਰਿਲੇਟਸ ਟੂ। ਜੋ ਇਹ ਵੀ ਬਹੁਤ ਹੀ ਫੇਮਸ ਕਮੇਟੀ ਸੀ, ਇਹ ਕ੍ਰੀਮੀ ਲੇਅਰ ਨੂੰ ਲੈ ਕੇ ਡੀਲ ਕਰਦੀ ਸੀ। ਜਸਟਿਸ ਰਾਮਾਨੰਦਨ ਜੋ ਕਮੇਟੀ ਹੈ 60 ਹੈ ਜੋ ਓਰੀਜਨਲ ਜੂਰੀਡਿਕਸ਼ਨ ਆਫ ਸੁਪਰੀਮ ਕੋਰਟ ਇਜ਼ ਡਾਇਲਟ ਅੰਡਰ। ਜੋ ਸੁਪਰੀਮ ਓਰੀਜਨਲ ਜੂਰੀਡਿਕਸ਼ਨ ਹੈ ਸਾਡੇ ਸੁਪਰੀਮ ਕੋਰਟ ਦਾ ਉਹ ਜੋ ਡੀਲ ਕਰਦਾ ਹੈ ਉਹ ਕਰਦਾ ਹੈ ਸਾਡੇ ਆਰਟੀਕਲ 131 ਦੇ ਅੰਡਰ। 61 ਹੈ ਲਾਅ ਡਿਕਲੇਅਰਡ ਬਾਈ ਸੁਪਰੀਮ ਕੋਰਟ ਸ਼ੈਲ ਬੀ ਬਾਈਂਡਿੰਗ ਔਨ all courts mentioned under। ਜੋ ਸਾਡਾ 61 ਹੈ ਉਹ ਹੈ ਸਾਡਾ ਜੋ ਆਰਟੀਕਲ ਹੈ 141 ਉਹਦੇ ਦੁਆਰਾ ਕੋਈ ਵੀ ਸਾਡੀਆਂ ਜੋ ਜਜਮੈਂਟਸ ਹੁੰਦੀਆਂ ਆ ਉਹ ਸਾਰੀਆਂ ਬਾਈਂਡਿੰਗ ਹੁੰਦੀਆਂ ਜੋ ਉਸ ਤੋਂ ਲੋਅਰ ਕੋਰਟ ਆ। ਅਕੋਰਡਿੰਗ ਟੂ ਦੀ ਥਿਊਰੀ ਆਫ ਸੋਸ਼ਲ According to the theory of the social utilitarianism
इज़ propounded by देयरिंग। जो 62 ਆ ਇਹ ਜਿਹੜਾ ਲਾਅ ਹੁੰਦਾ ਇਸ ਦਾ ਮਤਲਬ ਲਾਅ ਇਜ਼ ਅ ਮੀਨਸ ਟੂ ਅ ਸੋਸ਼ਲ ਐਂਡਸ, ਇਸ ਤਰ੍ਹਾਂ ਦਾ ਲਾਅ ਜੋ ਕਿ ਸੋਸ਼ਲ ਐਂਡਸ ਨੂੰ ਮੀਟ ਕਰਦਾ ਹੋਵੇ। ਇਹਦਾ ਆਂਸਰ ਹੋਵੇਗਾ ਡੀ। 63 ਹੈ obstructing ਪਬਲਿਕ ਸਰਵੈਂਟ ਇਨ ਡਿਸਚਾਰਜ ਆਫ ਹਿਜ਼ ਪਬਲਿਕ ਫੰਕਸ਼ਨ ਇਜ਼ ਆ। ਜੋ ਇਹ ਵੀ ਕ੍ਰਾਈਮ ਹੈ ਸੈਕਸ਼ਨ 186 ਦੇ ਅੰਡਰ। ਸੋ ਇਹ ਕੀ ਹੈ, ਜੇ ਸਿੰਪਲ ਹੈ ਤਾਂ ਜੋ ਇਹ ਹੋਵੇਗਾ ਸਾਡਾ ਬੇਲੇਬਲ ਅਫੈਂਸ ਹੋਵੇਗਾ। ਨੈਕਸਟ ਹੈ ਸਾਡਾ 64 ਕੰਪਨਸੇਸ਼ਨ ਟੂ ਵਿਕਟਿਮ ਆਫ ਕ੍ਰਾਈਮ ਅੰਡਰ ਕ੍ਰਿਮੀਨਲ ਲਾਅ ਰਿਲੇਟਸ ਟੂ। ਜੋ ਇਹ ਵੀ ਬਹੁਤ ਇੰਪੋਰਟੈਂਟ ਸੈਕਸ਼ਨ ਹੈ 357 ਜੋ ਕੰਪਨਸੇਸ਼ਨ ਨਾਲ ਲੈ ਕੇ ਡੀਲ ਕਰਦਾ ਹੈ ਵਿਕਟਿਮ ਨੂੰ। 65 ਹੈ ਤੁਹਾਡਾ what person may be charged jointly and tried together under section 223 of CRPC। 65 ਹੈ person accused of the same offence committed in the course of the same transaction। ਇਹ 'ਚ ਵੀ ਕਰ ਸਕਦੇ ਹਾਂ person accused of an offence, person accused of abetment of or attempt to commit such offence, abetment ਵਾਲੇ ਨੂੰ ਵੀ ਨਾਲ ਹੀ ਕਰ ਸਕਦੇ ਹਾਂ person accused of different offences committed in the course of the same transaction। ਇਹ 'ਚ ਵੀ ਕਰ ਸਕਦੇ ਹਾਂ। ਸੋ ਇਸ ਦਾ ਰਾਈਟ ਆਂਸਰ ਹੈ ਉਹ ਡੀ, ਕਿਉਂਕਿ ਨਾ ਸਾਰਿਆਂ ਨੂੰ ਇਕੱਠਿਆਂ ਨੂੰ ਜੁਆਇੰਟਲੀ ਅਸੀਂ ਟਰਾਇਲ ਕਰ ਸਕਦੇ ਹਾਂ। ਨੈਕਸਟ ਹੈ ਸਾਡਾ 66 ਕੰਟਰਾਵੈਂਸ਼ਨ ਆਫ ਕੰਟਰੈਕਟ ਲੇਬਰ ਐਕਟ would not create employment relation between contract labor and principal establish it was so held in which case। ਜੋ ਇਸ ਨੂੰ ਹੈਲਡ ਕੀਤਾ ਗਿਆ ਸੀਗਾ ਸੇਲ ਵਰਸਸ ਨੈਸ਼ਨਲ ਯੂਨੀਅਨ ਵਾਟਰ ਫਰੰਟ ਵਰਕਰਸ ਦੇ ਵਿੱਚ ਇਸ ਨੂੰ ਇਹ ਕੀਤਾ ਗਿਆ ਸੀਗਾ ਡਿਸਾਈਡ। ਦੀ ਪ੍ਰਿੰਸੀਪਲ ਰੈਗੂਲੇਟਰ ਐਂਵਸਾਈਜ਼ਡ ਅੰਡਰ ਦੀ ਟ੍ਰੇਡ ਯੂਨੀਅਨ ਐਕਟ 1926 ਜੋ ਇਸ ਨੂੰ ਰਜਿਸਟਰ ਆਫ ਟ੍ਰੇਡ ਯੂਨੀਅਨ ਐਫਸਾਈਜ਼ਡ ਕਰਦਾ ਹੈ। ਨੈਕਸਟ ਹੈ ਸਾਡਾ 68 A teacher is not a workman filing under the category of a workman under Industrial Dispute Act 1947 this was held in which case। ਸੋ ਇਹ ਵੀ ਜੋ ਕੁਐਸਚਨ ਹੈ ਕਈ ਵਾਰ ਆਉਂਦਾ ਰਹਿੰਦਾ ਹੈ। ਜੋ ਸੁੰਦਰਮਬਲ ਵਰਸ ਗਵਰਨਮੈਂਟ ਆਫ ਗੋਆ ਆ, ਇਸ ਕੇਸ ਦੇ ਵਿੱਚ ਇਸ ਨੂੰ ਡਿਸਾਈਡ ਕੀਤਾ ਗਿਆ ਸੀਗਾ। ਇਹ ਪਹਿਲਾਂ ਵੀ ਕਾਫੀ ਵਾਰ ਜੋ ਬਾਰ ਦੇ ਐਗਜ਼ਾਮ ਦੇ ਵਿੱਚ ਆ ਚੁੱਕਾ ਹੈ ਕੁਐਸਚਨ। ਨੈਕਸਟ ਹੈ ਸਾਡਾ 69 The type of disablement envisaged under the Employees Compensation Act that reduce the capacity to work in any employment similar to that the work was performing at the time of the accident is referred to as ਜੋ ਇਹ ਚੀਜ਼ ਕਰਦੀ ਹੈ ਸਾਡੀ permanent partial disablement। ਨੈਕਸਟ ਹੈ ਸਾਡਾ ਜੋ 70 ਤੇ ਕੁਐਸਚਨ ਹੈ The contribution payable under the ESI Employee State Insurance Act ਸਾਡਾ ਜੋ ਹੈ in respect of an employee shall comprise of contribution payable by the employer only ਗਲਤ ਹੈ। contribution payable by employee ਇਹ ਵੀ ਗਲਤ ਹੈ। contribution payable by government only ਇਹ ਵੀ ਗਲਤ ਹੈ। ਐਂਡ ਡੀ ਹੈ contribution payable by employer and employee ਜੋ ਡੀ ਹੈ ਇਸ ਦਾ ਰਾਈਟ ਆਂਸਰ ਹੈ। ਨੈਕਸਟ ਹੈ ਸਾਡਾ 71 which provision under the Industrial Dispute Act 1947 guarantee the right of workmen laid off to claim for compensation। ਜੋ 71 ਹੈ ਸਾਡਾ ਉਸ ਦਾ ਰਾਈਟ ਆਂਸਰ ਹੈ ਸਾਡਾ ਜੋ ਉਹ ਹੈ ਜੋ ਸਾਡਾ ਇਹ ਸੈਕਸ਼ਨ 825 ਹੈ, ਇਸ ਰਾਈਟ ਆਂਸਰ ਹੈ ਸੀ। ਨੈਕਸਟ ਹੈ ਸਾਡਾ 72 natural law is the idea that there is a rational objective limits to the power of legislative rulers। ਇਹ ਵੀ ਸਹੀ ਹੈ। there are no limits to the power legislative ruler ਇਹ ਗਲਤ ਹੈ। there are limits to the power of the executive laid by the legislature ਇਹ ਵੀ ਠੀਕ ਹੈ। law is the command of the sovereign ਇਹ ਤੋਂ ਅਲੱਗ ਕੰਸੈਪਟ ਚਲ ਗਿਆ। तो इसका राइट एंड एप्रोप्रिएट आंसर है वो है ए। नेक्स्ट 73 है HLA हार्ट्स नेम इज़ एसोसिएटेड विद दी बुक जो ਇਹ ਸਾਡਾ ਕੰਸੈਪਟ ਆਫ ਲਾਅ ਬੁੱਕ ਦੇ ਨਾਲ ਇਹ ਸੰਬੰਧਿਤ ਹੈ ਜੋ ਇਸ ਦਾ ਆਨਸਰ ਹੈ ਬੀ।
ਸੈਕਸ਼ਨ 9 ਆਫ ਦੀ ਹਿੰਦੂ ਮੈਰਿਜ ਐਕਟ 1955 ਡੀਲਸ ਵਿਦ ਇਹ ਆਰਸੀਆਰ ਦੇ ਨਾਲ ਯਾਨੀ ਕਿ ਰੈਸਟ੍ਰਿਕਸ਼ਨ ਆਫ ਕੰਜ਼ੰਗਰ ਰਾਈਟ ਦੇ ਨਾਲ ਡੀਲ ਕਰਦਾ ਹੈ। 75 ਆ ਡਾਟਰ ਇਜ਼ ਇਕੁਏਟਡ ਵਿਦ ਦੀ ਸਨ ਵਿਦ ਰੈਫਰੈਂਸ ਟੂ ਦੀ ਜੁਆਇੰਟ ਫੈਮਿਲੀ ਪ੍ਰੋਪਰਟੀ ਅੰਡਰ, ਜੋ ਇਹ ਹੋਇਆ ਸੀਗਾ 2005 ਦੀ ਅਮੈਂਡਮੈਂਟ ਤੋਂ ਬਾਅਦ, ਜੋ ਡਾਟਰ ਸੀ ਉਸ ਨੂੰ ਵੀ ਕੋ ਪਰਸਨ ਬਣਾ ਦਿੱਤਾ ਗਿਆ ਸੀ। ਮੁਹਾਵਰਾ ਐਟ ਅੰਡਰ ਮੁਸਲਿਮ ਲਾਅ ਰੈਫਰ ਟੂ ਇਟਸ ਰੈਫਰ ਟੂ ਮਿਊਚੁਅਲ ਕੰਸੈਂਟ। ਸੋ ਇਸ ਦਾ ਆਂਸਰ ਆ ਗਿਆ ਸੀ, ਡਿਸੋਲੂਸ਼ਨ ਆਫ ਮੈਰਿਜ ਵਿਦ ਮਿਊਚੁਅਲ ਕੰਸੈਂਟ। 76 ਦਾ ਜੋ ਸੀ ਆਂਸਰ ਹੈ। 77 The discriminatory aspect of section 10 of Indian Divorce Act was removed by substituting new section by the Indian Divorce Amendment Act 2001 ਦੇ ਦੁਆਰਾ ਇਸ ਨੂੰ ਸਬਸਟੀਟਿਊਟ ਕਰ ਦਿੱਤਾ ਗਿਆ ਸੀ। ਜੋ 78 ਹੈ ਸਾਡਾ ਕੁਐਸਚਨ, trading activities of a company were stopped temporarily in view of the trade depression with an intention to continue the same when the condition improve. A petition was referred into the tribunal for winding up of the company the petition. ਸੋ ਇਸ ਦੇ ਵਿੱਚ ਜੋ ਜਿਹੜੀ ਇਸ ਤਰ੍ਹਾਂ ਦੀ ਪਟੀਸ਼ਨ ਹੈ ਉਹ ਡਿਸਮਿਸ ਹੋ ਜਾਵੇਗੀ, ਕਿਉਂਕਿ ਜੋ ਡਿਪਰੈਸ਼ਨ ਆਇਆ ਆ ਜੋ ਸਾਡੀਆਂ ਇਹਨਾਂ ਦੀ ਟ੍ਰੇਡ ਦੀਆਂ ਐਕਟੀਵਿਟੀਜ਼ ਦੇ ਵਿੱਚ, ਕਿਉਂਕਿ ਉਹ ਸਾਰੀਆਂ ਕੰਪਨੀਜ਼ 'ਤੇ ਆਇਆ ਹੈ ਅਤੇ ਉਹ ਟੈਂਪਰੇਰੀ ਹੈ ਅਤੇ ਉਹ ਬਾਅਦ 'ਚ ਉਹ ਕੰਟੀਨਿਊ ਵੀ ਹੋ ਜਾਵੇਗਾ ਅਤੇ ਇਸ ਤੱਕ ਕੰਪਨੀ ਦੇ ਨਾਲ ਕੋਈ ਜ਼ਿਆਦਾ ਲੈਣਾ ਦੇਣਾ ਨਹੀਂ ਹੈ, ਉਸਦੇ ਇੰਟਰਨਲ ਜੋ ਇਕਨੋਮਿਕ ਮੈਟਰ ਹੈ। ਸੋ ਇਸ ਦੇ ਲਈ ਇਸ ਤਰ੍ਹਾਂ ਦੀ ਜੋ ਪਟੀਸ਼ਨ ਹੈ ਉਸ ਨੂੰ ਡਿਸਮਿਸ ਕਰ ਦਿੱਤਾ ਜਾਵੇਗਾ। ਨੈਕਸਟ ਹੈ 79 ਅਮਾਲਗਾਮੇਸ਼ਨ ਆਫ ਦੀ ਕੰਪਨੀਜ਼ ਇਨ ਨੈਸ਼ਨਲ ਇੰਟਰਸਟ ਇਜ਼ ਡਾਇਲਟ ਅੰਡਰ, ਜੋ ਇਹ 396 ਸੈਕਸ਼ਨ ਹੈ ਕੰਪਨੀਜ਼ ਐਕਟ ਦਾ, ਉਹਦੇ ਅੰਡਰ ਡਾਇਲਟ ਕਰਦੇ ਹੈ। ਜੋ 80 ਕੁਐਸਚਨ ਹੈ, ਅੰਡਰ ਸੈਕਸ਼ਨ 171 ਆਫ ਦੀ ਕੰਪਨੀ ਐਕਟ ਆ ਜਨਰਲ ਮੀਟਿੰਗ ਆਫ ਅ ਕੰਪਨੀ ਮੇ ਵੀ ਕਾਲਡ ਬਾਈ ਗਿਵਿੰਗ ਅ ਨੋਟਿਸ ਇਨ ਰਾਈਟਿੰਗ ਫॉर ਨੋਟ ਲੈਸ ਦੈਨ 21 ਡੇਜ਼। ਇਸ ਦਾ ਆਂਸਰ ਹੈ ਏ। ਅ ਪ੍ਰਾਈਵੇਟ ਲਿਮਿਟਿਡ ਕੰਪਨੀ ਲਿਮਿਟ ਦੀ ਨੰਬਰਸ ਆਫ ਮੈਂਬਰਸ ਟੂ, ਜੋ ਪ੍ਰਾਈਵੇਟ ਲਿਮਿਟਿਡ ਕੰਪਨੀ ਹੈ ਇਹ ਫਿਲਹਾਲ ਇੱਥੇ ਦਾ ਪੁਰਾਣਾ ਪੇਪਰ ਹੈ, ਇਸ ਦਾ ਆਂਸਰ ਹੈ 50, ਲੇਕਿਨ ਹੁਣ ਜੋ 2013 ਦਾ ਕੰਪਨੀਜ਼ ਐਕਟ ਹੈ ਉਹਦੇ ਅਕੋਰਡਿੰਗ ਜੋ ਇਸ ਦੀ ਮੈਕਸੀਮਮ ਸੰਖਿਆ ਹੈ 200 ਕਰ ਦਿੱਤੀ ਗਈ ਹੈ। 82 ਹੈ ਕੰਟਰੀਬਿਊਟਰੀ ਨੈਗਲੀਜੈਂਸ ਮੀਨ, ਜੋ ਇਹ ਕੰਸੈਪਟ ਅਸੀਂ ਟੌਟ 'ਚ ਪੜ੍ਹਿਆ ਸੀ। ਅਤੇ the failure by a person to use reasonable care for the safety of either of himself or his property, ਜੋ ਇਸ ਦਾ ਰਾਈਟ ਆਂਸਰ ਹੈ ਉਹ ਇਹੀ ਹੈ। ਜਦੋਂ ਇਨਸਾਨ ਖੁਦ ਹੀ ਕੇਅਰਲੈਸ ਹੋ ਜਾਂਦਾ ਹੈ ਆਪਣੀ ਸੇਫਟੀ ਨੂੰ ਲੈ ਕੇ ਜਾਂ ਆਪਣੀ ਪ੍ਰੋਪਰਟੀ ਦੀ ਸੇਫਟੀ ਨੂੰ ਲੈ ਕੇ। ਜੋ 83 ਹੈ ਵੇਅਰ ਐਨ enterprise is engaged in a hazardous or inherently dangerous activity and harm result to anyone on account of an accident in the operation of such hazardous or inherently dangerous activity resulting, for example, in escape of toxic gas, the enterprise is strictly and absolutely liable to compensate all those who are affected by the accident, and such liability is not subject to any of the exceptions which operate with the tortious principle of strict liability held in the case of, ਜੋ ਇਸ ਚੀਜ਼ ਨੂੰ ਲੈ ਕੇ ਡਿਸਾਈਡ ਕੀਤਾ ਗਿਆ ਸੀ ਉਹ ਫਰਾਂਸਿਸ ਕਰੋਲੀ ਵਰਸਸ ਸਟੇਟ ਦੇ ਵਿੱਚ ਡਿਸਾਈਡ ਕੀਤਾ ਗਿਆ ਸੀ। A tort is a civil wrong for which the remedy is an action for unliquidated damages and which is not exclusively the breach of contract or the breach of a trust or the breach of other merely equitable obligation whose statement is this, ਜੋ ਇਹ ਸਟੇਟਮੈਂਟ ਸੀਗੀ ਉਹ ਸੀਗੀ ਸਾਲਮੈਂਟ ਦੀ। ਇਸ ਦਾ ਆਂਸਰ ਹੈ ਬੀ। ਜੋ 85 ਸਾਡਾ ਕੁਐਸਚਨ ਹੈ, ਅੰਡਰ ਸੈਕਸ਼ਨ 20 ਆਫ ਦੀ ਮੋਟਰ ਵਹੀਕਲ ਐਕਟ ਇਫ ਅ ਪਰਸਨ ਇਜ਼ ਕਨਵਿਕਟਡ ਆਫ ਐਨ ਅਫੈਂਸ ਪਨਿਸ਼ੇਬਲ ਅੰਡਰ ਦੀ ਸੈਕਸ਼ਨ 189 ਆਫ ਦੀ ਮੋਟਰ ਵਹੀਕਲ ਐਕਟ ਦੀ ਕੋਰਟ ਸ਼ੈਲ ਆਰਡੀਨਰੀ ਔਨ ਆਰਡਰ ਫॉर, ਜੋ ਉਸਦੇ ਡਿਸਕੁਆਲੀਫਿਕੇਸ਼ਨ ਇਹ ਅੰਡਰ ਦੀ ਐਕਟ ਦੀ ਉਹਦੀਆਂ ਆਰਡਰ ਜਨਰਲੀ ਕਰਦਾ ਹੈ ਕੋਰਟ। ਨੈਕਸਟ ਹੈ ਸਾਡਾ 86 ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਵਾਜ਼ ਬਰੋਟ ਇਨ ਆਪਰੇਸ਼ਨ ਇਨ ਦੀ ਈਅਰ, ਜੋ ਸਾਡਾ ਪੁਰਾਣਾ ਐਕਟ ਸੀਗਾ ਉਹ 1986 ਦੇ ਵਿੱਚ
ਇਨੈਕਟ ਹੋਇਆ ਸੀਗਾ ਅਤੇ ਹੁਣ ਸਾਡਾ ਨਵਾਂ ਐਕਟ ਹੈ ਉਹ ਹੋਇਆ 2019 ਦੇ ਵਿੱਚ। ਅੰਡਰ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਦੀ ਜੂਰੀਡਿਕਸ਼ਨ ਆਫ ਦੀ ਡਿਸਟ੍ਰਿਕਟ ਫੋਰਮ ਸ਼ੁੱਡ ਨਾਟ ਬੀ ਐਕਸੀਡ ਰੁਪੀਜ਼, ਜੋ ਪਹਿਲਾਂ ਸੀਗੀ ਇਹ ਅਮਾਊਂਟ ਸੀਗੀ 20 ਲੱਖ ਰੁਪੀਜ਼, ਬਟ ਜੋ ਹੁਣ ਵਧਾ ਕੇ ਇਸ ਨੂੰ 1 ਕਰੋੜ ਰੁਪਏ ਕਰ ਦਿੱਤਾ ਗਿਆ ਨਵੇਂ ਐਕਟ ਦੇ ਵਿੱਚ। ਦੀ ਸੈਕੰਡ ਪ੍ਰਿੰਸੀਪਲ ਆਫ ਰੂਲ ਆਫ ਲਾਅ ਆਫ ABDIC ਰਿਲੇਟਸ ਟੂ, ਜੋ ਰੂਲ ਆਫ ਦਾ ਪ੍ਰਿੰਸੀਪਲ ਇਹ ਇਕੁਐਲਿਟੀ ਬਿਫੋਰ ਲਾਅ ਦੇ ਨਾਲ ਡੀਲ ਕਰਦਾ ਹੈ। ਨੈਕਸਟ ਹੈ ਸਾਡਾ 89, ਇਫ ਅ ਕੁਐਸੀ ਜੁਡੀਸ਼ੀਅਲ ਅਥਾਰਟੀ ਵਾਇਲੇਟ ਦੀ ਪ੍ਰਿੰਸੀਪਲ ਆਫ ਨੈਚੁਰਲ ਜਸਟਿਸ ਦੀ ਐਪਰੋਪ੍ਰੀਏਟ ਰਿਟ ਵੁੱਡ ਬੀ, ਜੋ ਅਸੀਂ ਸਸ਼ਰੀ ਰਿਟ ਆ ਉਸ ਨੂੰ ਫਾਈਲ ਕਰ ਸਕਦੇ ਹਾਂ। ਅ 7 ਮੈਂਬਰ ਆਫ ਬੈਂਚ ਆਫ ਦੀ ਸੁਪਰੀਮ ਕੋਰਟ unanimously struck down clause 2D of the article 323A and the clause 3D of article 323B of the constitution relating to tribunal which exclude the jurisdiction of high court and supreme court. The court held that power of judicial review over legislative action is vested in the high court under article 226 and the supreme court article 32. This is integral part of the basic structure of the constitution of India. ਸੋ ਇਹ ਜੋ ਡਿਸਾਈਡ ਕੀਤਾ ਗਿਆ ਸੀਗਾ ਉਹ ਐਲ ਚੰਦਰਾ ਕੁਮਾਰ ਵਰਸਸ ਯੂਨੀਅਨ ਆਫ ਇੰਡੀਆ ਦੇ ਵਿੱਚ ਫੇਮਸ ਕੇਸ ਦੇ ਵਿੱਚ ਇਸ ਚੀਜ਼ ਨੂੰ ਡਿਸਾਈਡ ਕੀਤਾ ਗਿਆ ਸੀਗਾ ਕਿ ਜੋ ਟ੍ਰਿਬਿਊਨਲ ਦੇ ਫੈਸਲੇ ਆ ਉਹਨਾਂ 'ਤੇ ਜੋ ਜੁਡੀਸ਼ੀਅਲ ਰਿਵਿਊ ਦਾ ਅਧਿਕਾਰ ਹੈ ਉਸ ਨੂੰ ਖੋਇਆ ਨਹੀਂ ਜਾ ਸਕਦਾ ਹੈਗਾ, ਅਤੇ ਇਹ ਬੇਸਿਕ ਸਟਰਕਚਰ ਦਾ ਹਿੱਸਾ ਹੈ ਜੁਡੀਸ਼ੀਅਲ ਰਿਵਿਊ। 91 ਹੈ ਜੋ ਅਸੈਪਟਿੰਗ ਐਨੀ ਅਦਰ ਸੈਟਿਸਫੈਕਸ਼ਨ ਦੈਨ ਦੀ ਪਰਫੋਰਮੈਂਸ ਓਰੀਜਨਲੀ ਐਗਰੀਡ ਇਜ਼ ਨੋਨ ਐਜ਼, ਇਟ ਇਜ਼ known as accord and satisfaction. 92 है where two parties have made a contract which one of them has broken the damage which the other party ought to receive in respect of such breach of contract should be either such as may be fairly and reasonably be considered arising naturally, that is according to the usual course of things from such contract itself, or such as may reasonably be supposed to have been in the contemplation of the parties at the time they made the contract as the probable result of breach of it, in which case the principal was done so. ਜੋ ਇਸ ਨੂੰ ਸੀਗਾ ਇਹ ਹੈਡਲੇ ਵਰਸਸ ਵੈਕਸਲੇ ਵਾਲੇ ਕੇਸ ਦੇ ਵਿੱਚ ਇਸ ਚੀਜ਼ ਨੂੰ ਡਿਸਾਈਡ ਕੀਤਾ ਗਿਆ ਸੀ। 93 ਹੈ ਸਾਡਾ ਜੋ when the misrepresentation has been made, what are the alternative course open to an aggrieved party? He can avoid or rescind the contract, ਇਹ ਵੀ ਕਰ ਸਕਦਾ। He can affirm the contract and insist on the misrepresentation being made, ਇਹ ਵੀ ਕਰ ਸਕਦਾ ਹੈ। He can rely upon the misrepresentation as a defense to an action on the contract, ਇਹ ਵੀ ਕਰ ਸਕਦਾ। So is the right answer D, all the above. A solicitor sold certain property to one of his client. The client subsequently alleged that the property was considerably overvalued and his consent was caused by causation, misrepresentation, undue influence, estoppel. ਸੋ ਇੱਥੇ ਉਸਨੇ ਕਿਸੇ ਤਰ੍ਹਾਂ ਦਾ ਉਸਨੂੰ ਕੋਰਜ਼ਨ ਵੀ ਨਹੀਂ ਦਿੱਤਾ, ਨਾ ਮਿਸਰਿਪ੍ਰੈਜ਼ੈਂਟੇਸ਼ਨ ਕੀਤੀ ਹੈ, ਨਾ ਕਿਸੇ ਤਰ੍ਹਾਂ ਦਾ ਐਸਟੋਪਲ ਹੈ। ਸੋ ਉਹ ਉਹਦਾ ਆਫਿਸ ਦੇ ਵਿੱਚ ਕਲਾਇੰਟ ਸੀ ਅਤੇ ਉਸਦਾ ਉਸ ਉੱਤੇ ਇਨਫਲੂਐਂਸ ਸੀਗਾ। ਸੋ ਇਸ ਦਾ ਰਾਈਟ ਆਂਸਰ ਹੋਵੇਗਾ C, ਅਨਡਿਊ ਇਨਫਲੂਐਂਸ। ਜੋ 95 ਹੈ, ਦੀ ਲਾਅ ਆਫ ਕੰਟਰੈਕਟ ਇਜ਼ ਇੰਟੈਂਡਡ ਟੂ ਇੰਸ਼ੋਰ ਦੈਟ what a man has been led to expect shall comes to pass, that what has been promised shall be performed. Whose statement is this? ਜੋ ਇਹ ਵਾਲੀ ਸਾਡੀ ਸਟੇਟਮੈਂਟ ਸੀਗੀ ਉਹ ਐਨਸਨ ਦੇ ਦੁਆਰਾ ਦਿੱਤੀ ਗਈ ਸੀਗੀ ਕਿ ਜਿਹੜਾ ਤੁਸੀਂ ਇੱਕ ਵਾਰ ਪ੍ਰੋਮਿਸ ਕਰ ਲਿਆ ਕੰਟਰੈਕਟ ਨੂੰ ਲੈ ਕੇ ਅਤੇ ਉਹਨੂੰ ਤੁਹਾਨੂੰ ਪਰਫੋਰਮਡ ਕਰਨਾ ਹੀ ਪਵੇਗਾ। 96 ਹੈ, ਇੰਟੈਂਸ਼ਨ ਨਾਟ ਟੂ ਕ੍ਰੀਏਟ ਅ ਲੀਗਲ ਓਬਲੀਗੇਸ਼ਨ ਵਾਜ਼ ਕਲੀਅਰ ਫਰੋਮ ਦੀ ਕੰਡਕਟ ਆਫ ਪਾਰਟੀਜ਼ ਵਿਚ ਅਮੰਗ ਦੀ ਪੋਪੂਲਰ ਕੇਸ ਡੀਲਸ ਔਨ ਦੀ ਟੋਪਿਕ। ਜੋ ਇਸ ਨੂੰ ਕੀਤਾ ਗਿਆ ਸੀਗਾ ਕਿ ਸਾਡਾ ਜਿਹੜਾ ਇਹ ਕੰਡਕਟ ਦਾ ਇੰਟੈਂਸ਼ਨ ਆ ਸਾਡੀ ਉਹ ਕਈ ਵਾਰ ਨਹੀਂ ਹੁੰਦੀ ਸਾਡੀ ਲੀਗਲ ਓਬਲੀਗੇਸ਼ਨਸ ਨੂੰ ਲੈ ਕੇ। ਇਹ ਬਾਲਫੋਰ ਵਰਸਸ ਬਾਲਫੋਰ ਕੇਸ ਦੇ ਵਿੱਚ ਡਿਸਾਈਡ ਕੀਤਾ ਗਿਆ। ਅਸਲ ਵਿੱਚ ਇਸ ਕੇਸ 'ਚ ਕੀ ਹੋਇਆ ਸੀਗਾ, ਜੋ ਵਾਲਫਰ ਸੀਗਾ, ਮਿਸਟਰ ਵਾਲਫਰ ਸੀਗਾ, ਉਹ ਉਸਦੀ ਮਿਸਸ ਸੀਗੀ, ਉਹਨੇ ਇੰਗਲੈਂਡ ਤੋਂ ਆਉਂਦੇ ਸਮੇਂ ਉਸਨੂੰ ਪ੍ਰੋਮਿਸ ਕੀਤਾ ਕਿ ਉਹ ਜਿੱਥੇ ਕੰਮ 'ਤੇ ਜਾ ਰਿਹਾ ਉੱਥੋਂ ਉਸਨੂੰ ਇਹ ਕੁਛ ਪੈਸੇ ਆ ਉਹ ਭੇਜਦਾ ਰਹੇਗਾ। ਲੇਕਿਨ
ਉਹ ਉੱਥੇ ਜਾ ਕੇ ਨਹੀਂ ਭੇਜ ਪਾਇਆ ਅਤੇ ਉਸ ਦੀ ਪਤਨੀ ਨੇ ਉਸ 'ਤੇ ਕੇਸ ਕਰ ਦਿੱਤਾ ਕਿ ਇਸ ਨੇ ਆਪਣਾ ਬ੍ਰੀਚ ਆਫ ਕੰਟਰੈਕਟ ਕੀਤਾ, ਜੋ ਪ੍ਰੋਮਿਸ ਕੀਤਾ ਸੀ ਪੈਸੇ ਭੇਜਣ ਦਾ ਉਹ ਉਸ ਨੂੰ ਨਹੀਂ ਮਿਲੇ ਪਰ ਮੰਥ। ਅਤੇ ਉੱਥੇ ਕੋਰਟ ਨੇ ਡਿਸਾਈਡ ਕੀਤਾ ਸੀਗਾ ਜੋ ਪਤੀ ਪਤਨੀ ਦੇ ਕੇਸਿਸ ਹੁੰਦੇ, ਕਈ ਵਾਰ ਅਸੀਂ ਉੱਥੇ ਪ੍ਰੋਮਿਸ ਕਰ ਦਿੰਦੇ ਹਾਂ ਅਤੇ ਸਾਡੀ ਉੱਥੇ ਇੰਟੈਂਸ਼ਨ ਹੈ ਜਿਹੜੀ ਲੀਗਲ ਓਬਲੀਗੇਸ਼ਨ ਦੀ ਨਹੀਂ ਹੁੰਦੀ ਕਿ ਅਸੀਂ ਇੱਦਾਂ ਦੇ ਪ੍ਰੋਮਿਸਿਸ ਨੂੰ ਲੀਗਲੀ ਇੰਫੋਰਸ ਕਰੀਏ। ਜਿੱਦਾਂ ਕਿ ਇਸ ਦੀ ਹੋਰ ਐਗਜ਼ਾਮਪਲ ਲਈਏ, ਇੱਕ ਤੁਸੀਂ ਮੈਨੂੰ ਘਰ ਡਿਨਰ 'ਤੇ ਸੱਦਿਆ ਹੈ ਅਤੇ ਮੈਂ ਤੁਹਾਨੂੰ ਉਸ ਚੀਜ਼ ਲਈ ਹਾਂ ਕਰ ਦਿੱਤੀ ਕਿ ਹਾਂ ਮੈਂ ਤੁਹਾਡੇ ਘਰ ਡਿਨਰ 'ਤੇ ਆਵਾਂਗਾ, ਬਟ ਕੀ ਹੁੰਦਾ ਮੈਂ ਤੁਹਾਡੇ ਘਰ ਡਿਨਰ 'ਤੇ ਨਹੀਂ ਆਉਂਦਾ। ਅਤੇ ਹੁਣ ਇੱਥੇ ਜਿਹੜੀ ਮੇਰੀ ਇੰਟੈਂਸ਼ਨ ਸੀਗੀ, ਮੈਂ ਬਰੀਚ ਵੀ ਕੀਤਾ ਕੰਟਰੈਕਟ, ਮੇਰੀ ਇੱਥੇ ਇੰਟੈਂਸ਼ਨ ਲੀਗਲ ਓਬਲੀਗੇਸ਼ਨ ਨੂੰ ਲੈ ਕੇ ਨਹੀਂ ਸੀਗੀ ਕਿ ਕੋਈ ਮੇਰੇ ਬਰੀਚ ਕਰਨ 'ਤੇ ਇੱਥੇ ਕੋਈ ਕ੍ਰੀਏਟ ਹੋ ਜਾਵੇ ਲੀਗਲ ਓਬਲੀਗੇਸ਼ਨ। ਸੋ ਇਸ ਤਰ੍ਹਾਂ ਦੇ ਪਤੀ ਪਤਨੀ ਦੇ ਵਿੱਚ ਕੋਈ ਕੀਤੇ ਗਏ ਪ੍ਰੋਮਿਸ ਜਾਂ ਨੋਰਮਲ ਇੱਦਾਂ ਕੀਤੇ ਗਏ, ਉੱਥੇ ਜਿਹੜੀ ਸਾਡੀ ਇੰਟੈਂਸ਼ਨ ਹੁੰਦੀ ਆ ਉਹ ਲੀਗਲ ਓਬਲੀਗੇਸ਼ਨ ਦੀ ਨਹੀਂ ਹੁੰਦੀ ਹੈ। 97 ਹੈ, ਅਕੋਰਡਿੰਗ ਟੂ ਦ ਇੰਡੀਅਨ ਲਾਅ ਇਨ ਅ ਲਾਅਫੁਲ ਕੰਟਰੈਕਟ ਕੰਸੀਡਰੇਸ਼ਨ ਮਸਟ ਮੂਵ ਫਰੋਮ ਪ੍ਰੋਮਿਸੀ ਓਨਲੀ, ਗਲਤ, ਮੇ move from promisee or any other person, सही है, it is not necessary at all, D none of the above, so is the right answer है B। Raghav owes Mulli rupees 10,000, this debt is time barred by the limitation act, even the Mulli promise in writing to pay Raghav rupees 4,500 on account of debt and sign the document, this contract is perfectly valid। ਆਪਾਂ ਆਪਸ਼ਨ ਦੇਖ ਲੈਂਦੇ ਇੱਕ ਵਾਰ। ਸੋ ਇਸ ਦੀਆਂ ਆਪਸ਼ਨ ਦੇ ਵਿੱਚ ਹੈ enforceable, ਜੈਸ ਦਿਸ contract is enforceable। next है 99, an agency can be terminated by एग्रीमेंट बिटवीन पार्टीज, सही है, वाई रिनाउंसिएशन बाय द एजेंट, ये भी सही है, वाई कंप्लीशन ऑफ बिजनेस ऑफ एजेंसी, ये भी सही है। सो इस द राइट आंसर है डी, ऑल द अबव। 100 है, विच टाइप ऑफ लॉस आर नॉट कवर्ड बाय अ कॉन्ट्रैक्ट ऑफ इंडेमनिटी, लॉस अराइजिंग फ्रॉम एक्सीडेंट लाइक फायर और पेरिल्स ऑफ द सी। सो इसका राइट आंसर यही है, बी है, लॉस कॉस्ट बाय प्रोमिसर हिमसैल्फ, ये भी इंडेमनीफाई होंगे आ, लॉस अराइजिंग बाय ह्यूमन एजेंसी ये भी होंगे आ, तो नन ऑफ दी अबव। सो इसका राइट आंसर है ए।